ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਐਪੀਸੋਡ ਵਿੱਚ ਅਸੀਂ ਜਾਣਾਂਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਝਾਂਸੀ ਦੇ ਇੱਕ ਗੁਰਦੁਆਰੇ ਦੀ ਕਥਾ। ਸਟੇਸ਼ਨ ਤੇ ਆ ਕੇ ਮੈਂ ਟ੍ਰੇਨ ਵਿੱਚ ਵਿਦਆਊਟ ਟਿਕਟ ਬੈਠ ਗਿਆ। ਇਹ ਟ੍ਰੇਨ ਝਾਂਸੀ ਵੱਲ ਜਾ ਰਹੀ ਸੀ। ਮੈਂ ਝਾਂਸੀ ਸਟੇਸ਼ਨ ਤੇ ਉਤਰਿਆ। ਉੱਥੋਂ ਚੱਲ ਕੇ ਮੈਂ ਇੱਕ ਐਸੇ ਗੁਰਦੁਆਰੇ ਪਹੁੰਚਿਆ ਜੋ ਗੁਜਰਾਤ ਤੋਂ ਆਏ ਇੱਕ ਹਿੰਦੂ ਵੀਰ ਨੇ ਬਣਾਇਆ ਸੀ। ਉਸ ਨੂੰ ਸਾਰੇ ਲਾਲਾ ਜੀ ਕਹਿ ਕੇ ਬੁਲਾਉਂਦੇ ਸਨ। ਮੁਸਾਫਰਾਂ ਦੇ ਰਹਿਣ ਲਈ ਧਰਮਸ਼ਾਲਾ ਵੀ ਉਸ ਲਾਲਾ ਜੀ ਨੇ ਬਣਵਾਈ ਹੋਈ ਸੀ। ਮੈਨੂੰ ਉੱਥੇ ਇੱਕ ਕਮਰਾ ਮਿਲ ਗਿਆ। ਦਿਨ ਭਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਪਾਠ ਕਰਦਾ ਰਿਹਾ ਅਤੇ ਨਾਲ ਹੀ ਇਹ ਸੋਚ ਚੱਲ ਰਹੀ ਸੀ ਕਿ ਮੈਂ ਕਿੱਥੇ ਜਾਵਾਂ, ਕਿਹੜੇ ਪਾਸੇ ਜਾਵਾਂ। ਗੁਰਦੁਆਰੇ ਵਿੱਚ ਗ੍ਰੰਥੀ ਦੀ ਸੇਵਾ ਇੱਕ ਮਾਤਾ ਜੀ ਨਿਭਾਉਂਦੇ ਸਨ। ਮੈਂ ਉਹਨਾਂ ਨੂੰ ਮਿਲਿਆ ਤੇ ਬੇਨਤੀ ਕੀਤੀ ਕਿ ਮੈਂ ਕਥਾ ਕਰ ਸਕਦਾ ਹਾਂ, ਕਿ ਮੈਨੂੰ ਕਥਾ ਕਰਨ ਲਈ ਕੁਝ ਸਮਾਂ ਦਿਓਗੇ। ਮਾਤਾ ਜੀ ਮੇਰੇ ਮੂੰਹ ਵੱਲ ਬੜੀ ਹੈਰਾਨੀ ਨਾਲ ਦੇਖਣ ਲੱਗ ਪਏ। ਮੇਰੀ ਛੋਟੀ ਉਮਰ ਸੀ ਅਤੇ ਹਾਲਾਂ ਮੁੱਛ ਫੁੱਟ ਰਹੀ ਸੀ। ਮੈਨੂੰ ਹੈਰਾਨੀ ਨਾਲ ਪੁੱਛਣ ਲੱਗੇ ਕਿ ਕਾਕਾ ਤੂੰ ਕਿੱਥੋਂ ਪੜ੍ਹਿਆ ਹੈ। ਮੈਂ ਕਿਹਾ ਕਿ ਮੈਂ ਪੜ੍ਹਿਆ ਤਾਂ ਕਿਧਰੋਂ ਵੀ ਨਹੀਂ, ਮੈਂ ਕੇਵਲ ਸਟੱਡੀ ਹੀ ਕੀਤੀ ਹੈ। ਗ੍ਰੰਥ ਕਾਫੀ ਪੜ੍ਹਦਾ ਰਿਹਾ ਹਾਂ। ਇੱਕ ਗੁਰਦੁਆਰੇ ਵਿੱਚ ਗ੍ਰੰਥੀ ਜੀ ਨਾਲ ਬੈਠ ਕੇ ਕੀਰਤਨ ਵੀ ਕਰਦਾ ਰਿਹਾ ਹਾਂ ਤੇ ਕੁਝ ਮੇਰੇ ਨਿੱਜੀ ਅਨੁਭਵ ਵੀ ਹਨ। ਜੇਕਰ ਤੁਸੀਂ ਮੈਨੂੰ ਕਥਾ ਕਰਨ ਲਈ ਸਮਾਂ ਦਿਓ ਤਾਂ ਮੈਂ ਕਥਾ ਵੀ ਕਰ ਸਕਦਾ ਹਾਂ। ਗੁਰਦੁਆਰਾ ਸਾਹਿਬ ਵਿੱਚ ਸਵੇਰੇ ਨਿਤਨੇਮ ਦੇ ਪਾਠ ਤੋਂ ਛੁੱਟ ਸੁਖਮਨੀ ਸਾਹਿਬ ਦਾ ਪਾਠ ਵੀ ਹੁੰਦਾ ਸੀ। ਪਾਠ ਤੋਂ ਬਾਅਦ ਅਰਦਾਸ ਹੋ ਕੇ ਕੜਾਹ ਪ੍ਰਸਾਦ ਵੰਡਿਆ ਜਾਂਦਾ ਸੀ ਤੇ ਸਮਾਪਤੀ ਹੋ ਜਾਂਦੀ ਸੀ। ਲਾਲਾ ਜੀ ਆਏ ਤਾਂ ਮਾਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਇਹ ਕਾਕਾ ਕਥਾ ਕਰਨ ਲਈ ਸਮਾਂ ਮੰਗ ਰਿਹਾ ਹੈ। ਲਾਲਾ ਜੀ ਮੇਰੇ ਵੱਲ ਵੇਖ ਕੇ ਕਹਿਣ ਲੱਗੇ, ਕੀ ਕਥਾ ਕਰੋਗੇ। ਮੈਂ ਕਿਹਾ ਕਿ ਕਥਾ ਤਾਂ ਅਕਾਲ ਪੁਰਖ ਦੀ ਹੀ ਹੁੰਦੀ ਹੈ, ਬਾਕੀ ਜੋ ਵੀ ਗੁਰੂ ਮੇਰੇ ਪਾਸੋਂ ਕਰਵਾਏਗਾ ਮੈਂ ਕਰ ਲਵਾਂਗਾ। ਲਾਲਾ ਜੀ ਕਹਿਣ ਲੱਗ ਪਏ ਕਿ ਠੀਕ ਹੈ, ਪਾਠ ਦੀ ਸਮਾਪਤੀ ਤੋਂ ਬਾਅਦ 5 ਮਿੰਟ ਲਈ ਤੂੰ ਕਥਾ ਕਰ ਲਈ, ਜ਼ਿਆਦਾ ਸਮਾਂ ਨਹੀਂ ਲਾਉਣਾ। ਮੈਂ ਸਟੇਜ ਤੇ ਬੈਠ ਕੇ ਪਹਿਲੀ ਵਾਰ ਕਥਾ ਦਾ ਆਰੰਭ ਕੀਤਾ। 5 ਮਿੰਟ ਮੈਂ ਬੋਲਿਆ। ਬਾਅਦ ਵਿੱਚ ਲਾਲਾ ਜੀ ਮੈਨੂੰ ਕਹਿਣ ਲੱਗੇ ਕਿ ਕੁਝ ਦਿਨ ਹੋਰ ਰਹਿਣਾ ਹੀ। ਮੈਂ ਖੁਸ਼ੀ ਨਾਲ ਕਿਹਾ ਕਿ ਜੇਕਰ ਤੁਸੀਂ ਕਥਾ ਕਰਨ ਲਈ ਸਮਾਂ ਦਿਓਗੇ ਤਾਂ ਮੈਂ ਕੁਝ ਦਿਨ ਹੋਰ ਰਹਿ ਲਵਾਂਗਾ। ਲਾਲਾ ਜੀ ਕਹਿਣ ਲੱਗੇ ਕਿ ਜਿੰਨੇ ਦਿਨ ਤੇਰੀ ਮੌਜ ਹੈ ਤੂੰ ਰਹਿ ਸਕਦਾ ਹੈ, ਪਰੰਤੂ ਘੱਟ ਤੋਂ ਘੱਟ 15 ਦਿਨ ਤਾਂ ਜ਼ਰੂਰ ਕਥਾ ਕਰ ਲੈ। ਮੈਂ ਰੋਜ਼ਾਨਾ ਅੱਧਾ ਘੰਟਾ ਕਥਾ ਕਰਨ ਲੱਗ ਪਿਆ। ਸੰਗਤਾਂ ਵੱਲੋਂ ਅਸੀਸਾਂ ਤਾਂ ਮਿਲਦੀਆਂ ਸਨ, ਖੁਸ਼ੀਆਂ ਤਾਂ ਮਿਲਦੀਆਂ ਸਨ, ਪਰੰਤੂ ਉਹਨਾਂ ਦਿਨਾਂ ਵਿੱਚ ਕਿਸੇ ਕਥਾਕਾਰ ਨੂੰ ਸਟੇਜ ਉੱਤੇ ਮਾਇਆ ਦੇਣ ਦਾ ਰਿਵਾਜ ਬਿਲਕੁਲ ਨਹੀਂ ਸੀ। ਮੇਰੇ ਕੋਲ ਜਿਹੜੀ ਮਾਇਆ ਸੀ ਰੋਜ਼ਾਨਾ ਦੀਆਂ ਲੋੜਾਂ ਵਿੱਚ ਖਰਚ ਹੋ ਗਈ ਸੀ ਅਤੇ ਮੇਰਾ ਖੀਸਾ ਖਾਲੀ ਸੀ। ਕੱਪੜੇ ਵੀ ਮੈਲੇ ਹੋ ਗਏ ਸਨ। ਕੱਪੜੇ ਧੋਣ ਲਈ ਸਾਬਣ ਲਈ ਪੈਸੇ ਮੈਨੂੰ ਮਾਤਾ ਜੀ ਨੇ ਹੀ ਦਿੱਤੇ। 15 ਦਿਨਾਂ ਤੋਂ ਬਾਅਦ ਕਥਾ ਦੀ ਸਮਾਪਤੀ ਹੋਈ ਤਾਂ ਨਾ ਤਾਂ ਸਟੇਜ ਤੋਂ ਹੀ ਕੁਝ ਮਾਇਆ ਮਿਲੀ ਅਤੇ ਨਾ ਹੀ ਲਾਲਾ ਜੀ ਨੇ ਵਿਦਾਇਗੀ ਸਮੇਂ ਕੁਝ ਮਾਇਆ ਭੇਟ ਕੀਤੀ। ਮੈਂ ਇਸ ਸਭ ਕੁਝ ਨੂੰ ਸਤਿਗੁਰੂ ਵੱਲੋਂ ਇੱਕ ਪਰਖ ਹੀ ਸਮਝਿਆ। ਭਾਵੇਂ ਅਜੇ ਤੱਕ ਮੇਰਾ ਇਹ ਪ੍ਰੋਫੈਸ਼ਨ ਨਹੀਂ ਸੀ, ਕੇਵਲ ਸ਼ੌਂਕੀਆ ਤੌਰ ਤੇ ਕਥਾ ਦੀ ਸ਼ੁਰੂਆਤ ਸੀ, ਜਿਸ ਨੂੰ ਮੈਂ ਆਪਣੇ ਲਈ ਇੱਕ ਚਾਂਸ ਦੇ ਤੌਰ ਤੇ ਸਮਝਿਆ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਆਪਣਾ ਸਮਾਨ ਸਮੇਟਣ ਲੱਗਾ। ਸਮਾਨ ਸਮੇਟਣ ਤੋਂ ਬਾਅਦ ਮੈਂ ਸੋਚਣ ਲੱਗਾ ਕਿ ਹੁਣ ਮੈਂ ਕਿੱਧਰ ਨੂੰ ਜਾਵਾਂ। ਮੈਨੂੰ ਬਿਲਕੁਲ ਸਮਝ ਨਹੀਂ ਸੀ ਆ ਰਹੀ। ਜੇਬ ਵਿੱਚ ਇੱਕ ਪੈਸਾ ਵੀ ਨਹੀਂ ਸੀ। ਗੁਰਦੁਆਰੇ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਲੈਂਦਾ ਸਾਂ। ਸਵੇਰੇ ਸ਼ਾਮ ਮਾਂ ਛੋਲਿਆਂ ਦੀ ਦਾਲ ਬਣਦੀ ਸੀ ਤੇ ਪ੍ਰਸ਼ਾਦੇ ਪੱਕਦੇ ਸਨ। ਇੰਜ ਲੰਗਰ ਆਏ ਗਏ ਲੋੜਵੰਦ ਸਾਧੂ ਜਾਂ ਆਮ ਮੁਸਾਫਰਾਂ ਨੂੰ ਮਿਲਦਾ ਸੀ। ਮੈਂ ਵੀ ਉੱਥੋਂ ਹੀ ਖਾ ਲੈਂਦਾ ਸਾਂ। ਪ੍ਰਸ਼ਾਦਾ ਛਕ ਕੇ ਜਦੋਂ ਮੈਂ ਉੱਠਿਆ ਤਾਂ ਮਾਤਾ ਜੀ ਕਹਿਣ ਲੱਗੇ ਕਿ ਮੈਨੂੰ ਲੱਗਦਾ ਕਿ ਤੇਰੀ ਜੇਬ ਖਾਲੀ ਹੈ। ਮੈਂ ਕਿਹਾ ਹਾਂ ਮਾਤਾ ਜੀ, ਤੁਹਾਡਾ ਅਨੁਮਾਨ ਠੀਕ ਹੈ। ਉਸਨੇ ₹1.25 ਮੈਨੂੰ ਦੇ ਕੇ ਆਖਿਆ, ਬੇਟਾ ਮੇਰੇ ਕੋਲ ਇਹੋ ਕੁਝ ਹੈ, ਰਾਹ ਵਿੱਚ ਲੋੜ ਪੈਣ ਤੇ ਖਰਚ ਲਈ। ਮੈਂ ਮਾਤਾ ਜੀ ਦਾ ਧੰਨਵਾਦ ਕੀਤਾ ਅਤੇ ਸਮਾਨ ਚੁੱਕ ਕੇ ਉੱਥੋਂ ਚੱਲ ਪਿਆ। ਸਟੇਸ਼ਨ ਤੇ ਆ ਕੇ ਟ੍ਰੇਨ ਫੜੀ ਤੇ ਬੀਨੇ ਪੁੱਜ ਗਿਆ। ਗੁਰਦੁਆਰੇ ਪਹੁੰਚਿਆ ਤੇ ਨਮਸਕਾਰ ਕੀਤੀ। ਇਸ ਗੁਰਦੁਆਰੇ ਵਿੱਚ ਵੀ ਮੈਂ 4-5 ਦਿਨ ਕਥਾ ਕੀਤੀ। ਇੱਥੇ ਮੈਨੂੰ 2 ਦਮਣੇ ਮਿਲੇ ਜੋ ਇੱਕ ਸੱਜਣ ਨੇ ਦਿੱਤੇ। ਉੱਥੇ ਮੈਂ ਟ੍ਰੇਨ ਪਕੜੀ ਤੇ ਕਟਨੀ ਪਹੁੰਚਿਆ। ਫਿਰ ਬਿਲਾਸਪੁਰ, ਰਾਏਪੁਰ ਹੁੰਦਾ ਹੋਇਆ ਮੇਰੀ ਤਕਦੀਰ ਮੈਨੂੰ ਸੰਬਲਪੁਰ, ਉੜੀਸਾ ਵਿੱਚ ਲੈ ਗਈ। ਇੱਥੇ ਵੀ ਗੁਰਦੁਆਰੇ ਵਿੱਚ ਕਥਾ ਕਰਨ ਤੇ ਸੰਗਤਾਂ ਨੇ ਕੁਝ ਮਾਇਆ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।